हाँ, हाँ, प्यारे विद्यार्थियों, आज मैं बीए थर्ड ਸਮੈਸਟਰ ਦਾ ਟੌਪਿਕ ਪੋਲੀਟੀਕਲ ਸਾਇੰਸ ਦਾ ਟੌਪਿਕ ਦਾ ਨਾਮ ਹੈ ਜੀ ਭਾਰਤ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਬੇਸਿਕ ਫੀਚਰਸ ਆਫ ਦ ਇੰਡੀਅਨ ਕਨਸਟੀਟਿਊਸ਼ਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਨਸਟੀਟਿਊਸ਼ਨ ਹੁੰਦਾ, ਸੰਵਿਧਾਨ ਹੁੰਦਾ, ਇਹ ਕਿਸੇ ਵੀ ਦੇਸ਼ ਨੂੰ ਚਲਾਉਣ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ। ਇਸ ਤੋਂ ਕਿਸੇ ਵੀ ਦੇਸ਼ ਦਾ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਜਾਂ ਕੋਈ ਹੋਰ ਵੀ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਜਾਂ ਕਿਸੇ ਵੀ ਅੰਗ ਦਾ ਜਿਹੜਾ ਕੀ ਕੰਮ ਹੈ, ਇਹ ਸਭ ਕੁਝ ਸੰਵਿਧਾਨ ਦੁਆਰਾ ਹੀ ਨਿਰਧਾਰਿਤ ਹੁੰਦਾ ਹੈ। ਭਾਰਤ ਵਿੱਚ ਵੀ ਸੰਵਿਧਾਨ ਬਣਾਉਣ ਦਾ ਜਿਹੜਾ ਕਾਰਜ ਸੀਗਾ ਉਹ ਸੁਤੰਤਰਤਾ ਤੋਂ ਪਹਿਲਾਂ ਹੀ, ਇੰਡੀਪੈਂਡੈਂਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ, ਲੇਕਿਨ ਇਹ ਲਾਗੂ ਹੋਣ ਦਾ ਕੰਮ ਜਿਹੜਾ ਸੁਤੰਤਰਤਾ ਤੋਂ ਬਾਅਦ ਹੋਇਆ ਸੀਗਾ। ਸੰਵਿਧਾਨ ਦਾ ਜਿਹੜਾ ਨਿਰਮਾਣ ਦਾ ਜਿਹੜਾ ਕਿਸ ਤਰ੍ਹਾਂ ਚੱਲਿਆ, ਜਿਹੜਾ ਪ੍ਰੋਸੈਸ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਸਭ ਤੋਂ ਪਹਿਲਾਂ ਭਾਰਤ ਦੇ ਸੰਵਿਧਾਨ ਦਾ ਜਿਹੜਾ ਨਿਰਮਾਣ ਸੀਗਾ ਇਹ ਕੈਬਨਿਟ ਮਿਸ਼ਨ ਪਲਾਨ ਦੇ ਅਨੁਸਾਰ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ, ਤੇ ਇਸ ਦੀ ਜਿਹੜੀ ਪਹਿਲੀ ਮੀਟਿੰਗ ਸੀਗੀ 9 ਦਸੰਬਰ 1946 ਨੂੰ ਹੋਈ ਸੀ। ਔਰ ਇਸ ਮੀਟਿੰਗ ਦੇ ਵਿੱਚ ਜਿਹੜੇ ਪਹਿਲਾ ਪ੍ਰਧਾਨ ਚੁਣੇ ਗਏ ਸਨ ਸੰਵਿਧਾਨ ਸਭਾ ਦੇ, ਉਹਨਾਂ ਦਾ ਨਾਮ ਸੀ ਡਾਕਟਰ ਸਚਿਦਾਨੰਦ ਸਿਨਹਾ। ਇਹ ਜਿਹੜੇ ਪ੍ਰਧਾਨ ਸਨ ਇਹ ਸਿਰਫ 2 ਦਿਨਾਂ ਲਈ ਚੁਣੇ ਗਏ ਸਨ। ਉਸ ਤੋਂ ਬਾਅਦ 2 ਦਿਨਾਂ ਬਾਅਦ 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਇੱਕ ਹੋਰ ਮੀਟਿੰਗ ਹੋਈ ਸੀ, ਜਿਹਨੂੰ ਸੈਕੰਡ ਮੀਟਿੰਗ ਕਹਿੰਦੇ ਅਸੀਂ ਸੰਵਿਧਾਨ ਸਭਾ ਦੀ। ਇਸ ਮੀਟਿੰਗ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਸਨ, ਉਹਨਾਂ ਨੂੰ ਜਿਹੜਾ ਪਰਮਾਨੈਂਟ ਪ੍ਰਧਾਨ ਸੰਵਿਧਾਨ ਸਭਾ ਦਾ ਚੁਣਿਆ ਗਿਆ। ਇਹ ਡਾਕਟਰ ਰਾਜਿੰਦਰ ਪ੍ਰਸਾਦ ਉਹੀ ਹਨ ਜਿਹੜੇ ਕਿ ਬਾਅਦ ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ ਸਨ। ਤੇ ਸੰਵਿਧਾਨ ਨਿਰਮਾਣ ਵਿੱਚ ਜਿਹੜਾ ਉਸ ਦੇ ਵਿੱਚ ਜਿਹੜੇ ਅਲੱਗ-ਅਲੱਗ ਪੜਾਅ ਚੱਲਦੇ ਰਹੇ, ਪ੍ਰੋਸੈਸ ਚੱਲਦਾ ਰਿਹਾ, ਅਲੱਗ-ਅਲੱਗ ਸਟੈਪਸ ਚੱਲਦੇ ਰਹੇ। ਇਸ ਦੇ ਵਿੱਚ ਪਹਿਲਾਂ ਤਾਂ ਉਦੇਸ਼ ਪ੍ਰਸਤਾਵ ਜਿਹੜਾ ਪੇਸ਼ ਕੀਤਾ ਗਿਆ, ਜਿਸ ਨੂੰ ਪੰਡਿਤ ਨਹਿਰੂ ਜੀ ਦੁਆਰਾ ਪੇਸ਼ ਕੀਤਾ ਗਿਆ, ਤੇ ਇਸ ਨੂੰ ਕਾਫੀ ਡਿਸਕਸ਼ਨ ਤੋਂ ਬਾਅਦ 22 ਜਨਵਰੀ 1947 ਨੂੰ ਸੰਵਿਧਾਨ ਸਭਾ ਦੁਆਰਾ ਜਿਹੜਾ ਇਹਨੂੰ ਅਪਰੂਵ ਕੀਤਾ ਗਿਆ, ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਜਿਹੜਾ ਉਦੇਸ਼ ਪ੍ਰਸਤਾਵ ਸੀਗਾ, ਇਹਦੇ ਅਧੀਨ ਬਹੁਤ ਸਾਰੀਆਂ ਕਮੇਟੀਆਂ ਦਾ ਨਿਰਮਾਣ ਕੀਤਾ ਗਿਆ। ਇਹਨਾਂ ਕਮੇਟੀਆਂ ਵਿੱਚ ਸੰਘੀ ਸ਼ਕਤੀਆਂ ਦੀ ਕਮੇਟੀ, ਜਿਹਨੂੰ ਅਸੀਂ ਯੂਨੀਅਨ ਪਾਵਰ ਕਮੇਟੀ ਕਹਿੰਦੇ ਹਾਂ। ਇਸ ਤੋਂ ਬਾਅਦ ਜਿਹੜੀ ਕਮੇਟੀ ਸੀ ਉਸਦਾ ਨਾਮ ਸੀ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ, ਇਹਨੂੰ ਅਸੀਂ ਪ੍ਰਾਂਤਿਕ ਸੰਵਿਧਾਨ ਕਮੇਟੀ ਕਹਿੰਦੇ ਹਾਂ। ਇਸ ਤੋਂ ਇਲਾਵਾ ਸੰਘ ਤੇ ਰਾਜਾਂ ਦੇ ਜਿਹੜੇ ਹੈਗੇ ਸੰਬੰਧ ਜਿਹੜੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ, ਇਸ ਦੇ ਨਾਲ ਸੰਬੰਧਿਤ ਇੱਕ ਕਮੇਟੀ ਬਣਾਈ ਗਈ ਸੀ, ਜਿਸ ਨੂੰ ਕਮੇਟੀ ਔਨ ਫਾਈਨੈਂਸ਼ੀਅਲ ਰਿਲੇਸ਼ਨਸ ਬਿਟਵੀਨ ਯੂਨੀਅਨ ਐਂਡ ਸਟੇਟਸ ਦਾ ਨਾਮ ਦਿੱਤਾ ਗਿਆ। ਇਸ ਤੋਂ ਬਾਅਦ ਸਲਾਹਕਾਰੀ ਕਮੇਟੀ ਦਾ ਨਿਰਮਾਣ ਵੀ ਕੀਤਾ ਗਿਆ। ਸਲਾਹਕਾਰੀ ਕਮੇਟੀ ਉਹ ਸੀ ਜਿਹੜੀ ਕਿ ਸਮੇਂ-ਸਮੇਂ ਤੇ ਅਲੱਗ-ਅਲੱਗ ਕੰਮਾਂ ਲਈ ਇਹਨਾਂ ਨੂੰ ਸਲਾਹ ਦੇਣ ਦਾ ਕਾਰਜ ਕਰਦੀ ਸੀ। ਇਸ ਤੋਂ ਇਲਾਵਾ ਇੱਕ ਹੋਰ ਕਮੇਟੀ ਦਾ ਨਿਰਮਾਣ ਕੀਤਾ ਗਿਆ, ਜਿਹਨੂੰ ਅਸੀਂ ਨਿਯਮਾਂ ਸੰਬੰਧੀ ਕਮੇਟੀ ਕਹਿੰਦੇ, ਕਮੇਟੀ ਔਨ ਰੂਲਸ ਕਹਿੰਦੇ ਹਾਂ। ਇਸ ਤੋਂ ਬਾਅਦ ਇਹ ਜਿਹੜੀਆਂ ਕਮੇਟੀਆਂ ਸਨ, ਇਹ ਆਪਣੀਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਤਿਆਰ ਕਰਦੀਆਂ ਸਨ, ਤੇ ਇਹਨਾਂ ਨੇ ਡਾਕਟਰ 29 ਅਗਸਤ ਇਸ ਤੋਂ ਬਾਅਦ 29 ਅਗਸਤ 1947 ਨੂੰ ਡਾਕਟਰ BR ਅੰਬੇਡਕਰ ਦੀ ਪ੍ਰਧਾਨਗੀ ਹੇਠ ਇੱਕ ਡਰਾਫਟਿੰਗ ਕਮੇਟੀ ਦਾ ਨਿਰਮਾਣ ਕੀਤਾ ਗਿਆ। ਇਹ ਜਿਹੜੀ ਡਰਾਫਟਿੰਗ ਕਮੇਟੀ ਸੀ, ਇਸ ਦੇ ਵਿੱਚ ਜਿਹੜੇ ਹੋਰ ਮੈਂਬਰ ਸਨ ਉਹਨਾਂ ਦਾ ਨਾਮ ਸੀ N ਗੋਪਾਲਾ ਸਵਾਮੀ ਅਯੰਗਰ, ਸ਼੍ਰੀ AK ਅਯਰ, ਡਾਕਟਰ KM ਮੁਨਸ਼ੀ, ਡਾਕਟਰ ਮੁਹੰਮਦ ਸਾਇਦੁੱਲਾ, ਸ਼੍ਰੀ N ਮਾਧਵ ਰਾਓ ਅਤੇ ਸ਼੍ਰੀ DP ਖੇਤਾਨ। ਇਸ ਤੋਂ ਇਲਾਵਾ TT ਕ੍ਰਿਸ਼ਨਮਾਚਾਰੀ ਜਿਹੜੇ ਸਨ, ਉਹਨੂੰ ਬਾਅਦ ਵਿੱਚ ਇੱਕ ਮੈਂਬਰ ਦੇ ਤੌਰ ਤੇ ਡਰਾਫਟਿੰਗ ਕਮੇਟੀ ਦਾ ਬਣਾਇਆ ਗਿਆ, ਕਿਉਂਕਿ ਖੇਤਾਨ ਜਿਹੜੇ ਸਨ ਉਹਨਾਂ ਦੀ ਡੈਥ ਹੋ ਗਈ ਸੀ। ਇਸ ਤੋਂ ਬਾਅਦ ਮਸੌਦਾ ਕਮੇਟੀ ਜਿਹੜੀ ਸੀ, ਉਹਨਾਂ ਨੇ ਸੰਵਿਧਾਨ ਨਿਰਮਾਣ ਦਾ ਕੰਮ ਜਿਹੜਾ ਹੈ ਉਹਨਾਂ ਨੇ ਸ਼ੁਰੂ ਕੀਤਾ। ਇਸ ਤੋਂ ਬਾਅਦ 26 ਨਵੰਬਰ 1949 ਨੂੰ ਜਿਹੜਾ ਸੰਵਿਧਾਨ ਹੈ ਸਾਡਾ ਬਣ ਕੇ ਤਿਆਰ ਹੋ ਗਿਆ ਸੀ, ਲੇਕਿਨ ਇਸ ਨੂੰ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ। ਇਹ ਜਿਹੜਾ ਸੰਵਿਧਾਨ ਸਾਡਾ ਸੀਗਾ, ਇਸ ਦੇ ਨਿਰਮਾਣ ਵਿੱਚ 2 ਸਾਲ 11 ਮਹੀਨੇ ਤੇ 18 ਦਿਨ ਲੱਗੇ। ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ, ਉਸ ਤੋਂ ਬਾਅਦ ਜਿਹੜੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਉਹ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਜਿਹੜਾ ਸਾਡਾ ਅਲੱਗ-ਅਲੱਗ ਦੌਰ ਦੇ ਵਿੱਚੋਂ ਜਿਹੜਾ ਸਾਡਾ ਸੰਵਿਧਾਨ ਹੈ ਅਲੱਗ-ਅਲੱਗ ਸਟੇਜਿਸ ਵਿੱਚੋਂ ਨਿਕਲਦਾ ਹੋਇਆ 26 ਜਨਵਰੀ 1950 ਨੂੰ ਲਾਗੂ ਹੋ ਗਿਆ ਸੀ।